ਅੱਜ ਵਰਲਡ ਵਾਰ 2 ਦੇ ਅੰਤ ਹੋਈ ਸੀ। 75 ਸਾਲ ਹੋ ਗਏ ਨੇ। 75ਵੀਂ ਵਰ੍ਹੇਗੰਢ ਹੈ ਐਂਡ ਆਫ ਦ ਵਰਲਡ ਵਾਰ 2। 9:30 ਵਜੇ ਮੇਰਾ ਤੁਹਾਨੂੰ ਇਹ ਸਵਾਲ ਹੋਵੇਗਾ ਕਿ ਇਸ ਵਰਲਡ ਵਾਰ 2 ਦੇ ਵਿੱਚ 80-85 ਮਿਲੀਅਨ ਲੋਕ ਜਿਹੜੇ ਮਾਰੇ ਗਏ ਸੀ। ਮੈਨਸ ਇਨ ਯੂਨੀਫਾਰਮਸ ਐਂਡ ਸਿਵਿਲੀਅਨਸ ਜਿਹੜੇ ਕੈਜੂਅਲਟੀਜ਼ ਹੋਈਆਂ ਸਨ। ਇਟਸ ਅ ਹਿਊਜ ਨੰਬਰ, ਬਿਗ ਨੰਬਰ। ਇਮੈਜਿਨ ਕਰੋ ਕਿ ਪੂਰੇ ਦਾ ਪੂਰਾ ਕੈਨੇਡਾ ਤੇ ਇੱਕ ਹੋਰ ਏਡਾ ਵੱਡਾ ਕੰਟਰੀ, ਦੁੱਗਣੇ ਲੋਕ ਇੱਦੋਂ ਸਾਰੇ ਦੇ ਸਾਰੇ ਖਤਮ ਕਰ ਦਿੱਤੇ ਗਏ ਸਨ, ਲੜਾਈ 'ਚ ਮਰ ਗਏ ਸਨ ਇਸ ਵਰਲਡ ਵਾਰ 2 ਦੇ ਵਿੱਚ। ਅੱਜ 75 ਸਾਲ ਹੋ ਚੁੱਕੇ ਹਨ। ਅੱਜ ਦੇ ਦਿਨ ਅਮਰੀਕਾ ਨੇ ਜਾਪਾਨ ਤੇ ਹੋਰਾਂ ਮੁਲਕਾਂ ਨੂੰ ਸਰੈਂਡਰ ਜਿਹੜਾ ਉਹ ਕਰਵਾਇਆ ਸੀ ਤੇ ਅੱਜ ਤੋਂ ਬਾਅਦ ਫਿਰ ਐਂਡ ਆਫ ਦ ਵਰਲਡ ਵਾਰ 2 ਡਿਕਲੇਅਰ ਕਰ ਦਿੱਤਾ ਸੀ। ਔਰ ਇਹਦੇ ਵਿੱਚ ਮੈਂ ਐਜ਼ ਏ ਸਿੱਖ ਗੱਲ ਕਰਾਂ ਤਾਂ ਸਾਡੇ ਲੋਕਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ। ਵੱਡੀ ਤਾਦਾਦ ਦੇ ਉੱਤੇ ਸਿੱਖਾਂ ਦੀ ਕੈਜੂਅਲਟੀਜ਼ ਵੀ ਹੋਈ ਹੈ ਇਸ ਵਰਲਡ ਵਾਰ ਦੇ ਵਿੱਚ। ਔਰ ਸਿੱਖਾਂ ਨੇ ਬਹਾਦਰੀ ਤੇ ਮੈਡਲ ਵੀ ਬਹੁਤ ਜਿੱਤੇ ਨੇ। ਬ੍ਰਿਟਿਸ਼ ਆਰਮੀ ਦੇ ਨਾਲ ਰਹਿ ਕੇ ਵਿਕਟੋਰੀਅਨ ਕ੍ਰਾਸ ਤੇ ਹੋਰ ਜਿਹੜੇ ਮੈਡਲ ਜਿੱਤੇ ਨੇ ਉਹਨਾਂ ਦੇ ਵਿੱਚ ਹਾਈਐਸਟ ਮੈਡਲ ਜਿੱਤਣ ਵਾਲੇ ਸਿੱਖ ਨੇ। ਹਾਈਐਸਟ ਨੰਬਰ ਸਿੱਖਾਂ ਦਾ ਆ ਮੈਡਲ ਲੈਣ ਦਾ, ਆਪਣੀ ਬਹਾਦਰੀ ਦਿਖਾ ਕੇ ਮੈਡਲ ਲੈਣ ਦਾ। ਕੈਨੇਡਾ ਦੇ ਵੀ ਲਗਭਗ 45,000 ਲੋਕ ਨੇ ਇਸ ਵਰਲਡ ਵਾਰ 2 ਦੇ ਵਿੱਚ ਮਾਰੇ ਗਏ ਸੀ। Canada always commemorate these anniversaries ਤੇ ਆਪਣੇ ਵੈਟਰਨਸ ਨੂੰ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦਾ ਹੈ। ਔਰ ਜੋ ਵੀ ਕੈਜੂਅਲਟੀ ਹੋਈ ਨੇ ਉਹਨਾਂ ਨੂੰ ਯਾਦ ਕਰਦਾ, ਜਿਹੜੇ ਹਲੇ ਉਸ ਲੜਾਈ 'ਚ ਲੜਾਈ ਕੋਈ ਜ਼ਿੰਦਾ ਹੈ ਤਾਂ ਉਹਨਾਂ ਦਾ ਪੂਰਾ ਮਾਣ ਸਨਮਾਨ ਕਰਦਾ ਹੈ। ਚਾਹੇ ਉਹ ਰਿਮੈਂਬਰੈਂਸ ਡੇ ਦੇ ਮੌਕੇ ਦੇ ਉੱਤੇ ਹੋਵੇ ਜਾਂ ਫਿਰ ਇਸ ਤਰ੍ਹਾਂ ਐਨੀਵਰਸਰੀ ਦੇ ਮੌਕੇ ਦੇ ਉੱਤੇ ਹੋਵੇ ਜਾਂ ਫਿਰ ਜਦੋਂ ਕਿਤੇ ਹੋਰ ਇੰਪੋਰਟੈਂਟ ਡੇਜ਼ ਆਉਂਦੇ ਨੇ, ਜਿਵੇਂ ਡੀ ਹੋ ਗਿਆ, ਹੋਰ ਡੇ ਹੋ ਗਏ, ਜਦੋਂ ਇਹ ਮਿਲਟਰੀ ਦੇ ਆਪਸ ਵਿੱਚ ਅਟੈਕ ਹੋਏ ਸੀ, ਉਹਨਾਂ ਦਿਨਾਂ ਨੂੰ ਯਾਦ ਕਰਦਾ ਹੈ ਤੇ ਸ਼ਰਧਾਂਜਲੀ ਦਿੰਦਾ ਹੈ। ਪਰ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਮਾਰੇ ਗਏ। ਸਿੱਖ ਲੜੇ ਇਸ ਲੜਾਈ ਦੇ ਵਿੱਚ, ਬ੍ਰਿਟਿਸ਼ ਦੇ ਲਈ ਲੜੇ। ਉਦੋਂ ਬ੍ਰਿਟਿਸ਼ ਰਾਜ ਸੀਗਾ ਉੱਥੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਮਾਰੇ ਗਏ। ਕੋਈ ਇਟਲੀ ਮਾਰਿਆ ਗਿਆ, ਕੋਈ ਜਰਮਨ, ਕੋਈ ਫਰਾਂਸ, ਕੋਈ ਕਿਤੇ ਵੱਖ-ਵੱਖ ਥਾਵਾਂ ਦੇ ਉੱਤੇ। ਮੇਰੇ ਖੁਦ ਆਪਣੇ ਪਰਿਵਾਰ ਦੇ ਵਿੱਚੋਂ ਮੇਰੇ ਦਾਦੇ ਦੇ 2 ਭਰਾ ਇਸ ਲੜਾਈ ਦੇ ਵਿੱਚ ਮਾਰੇ ਗਏ। ਤੁਹਾਡੇ ਬਹੁਤ ਸਾਰੇ ਲੋਕਾਂ ਦੇ ਵੀ ਜਾਣ ਪਹਿਚਾਣ ਵਾਲੇ ਜਾਂ ਤੁਹਾਡੇ ਘਰਾਂ 'ਚੋਂ ਜਿਹੜੇ ਲੋਕ ਕਹਿੰਦੇ ਹੋਣਗੇ ਕਿ ਸਾਡੇ ਬਜ਼ੁਰਗ ਲਾਮ ਤੇ ਗਏ ਸੀ, ਮੁੜ ਕੇ ਨਹੀਂ ਆਏਗੇ। ਮੁੜ ਕੇ ਕਿੱਥੇ ਆਉਣਾ ਉਹਨਾਂ ਨੇ? ਸੋ ਇਸ ਵਰਲਡ ਵਾਰ ਦੇ ਵਿੱਚ ਉਹ ਮਾਰੇ ਗਏ ਸੀਗੇ। ਬਟ ਸਮਹਾਉ ਇਹ ਸਾਰੇ ਵਰਤਾਰੇ ਦੇ ਵਿੱਚ ਜੋ ਵਰਲਡ ਵਾਰ 1, ਜੋ ਵਰਲਡ ਵਾਰ 2 ਦੇ ਵਿੱਚ ਹੋਇਆ, ਜੋ ਸਾਡੇ ਲੋਕਾਂ ਨੇ ਇਸ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਢਾ ਕੇ ਇਹ ਲੜਾਈ ਲੜੀ, 30 ਮੁਲਕਾਂ 'ਚ ਲੜਾਈ ਲੱਗੀ ਹੋਈ ਇਹ, ਔਰ ਆਪਣਾ ਪੂਰਾ ਕੰਟਰੀਬਿਊਸ਼ਨ ਇਸ ਦੇ ਵਿੱਚ ਕੀਤਾ ਤੇ ਉਹਨਾਂ ਨੂੰ ਅਸੀਂ ਵਿਸਾਰ ਦਿੱਤਾ ਹੈ। ਉਹਨਾਂ ਨੂੰ ਅਸੀਂ ਯਾਦ ਨਹੀਂ ਕਰਦੇ ਗੇ, ਉਹਨਾਂ ਨੂੰ ਅਸੀਂ ਸ਼ਰਧਾਂਜਲੀ ਨਹੀਂ ਦਿੰਦੇ ਗੇ। ਕਿਤੇ ਨਾ ਕਿਤੇ ਅਸੀਂ ਭੁੱਲ ਚੁੱਕੇ ਹਾਂ। ਹੁਣ ਥੋੜ੍ਹੀਆਂ ਗੱਲਾਂ ਚੱਲੀਆਂ ਨੇ। ਬ੍ਰਿਟਿਸ਼ ਨੇ ਵੀ ਕੁਝ ਉਹ ਸਟੈਚੂਜ਼ ਵਗੈਰਾ ਲਾਉਣੇ ਸ਼ੁਰੂ ਕੀਤੇ ਨੇ ਸਿੱਖਾਂ ਦੇ। 1-2 ਹੋਰ ਥਾਵਾਂ ਦੇ ਉੱਤੇ ਸਟੈਚੂਜ਼ ਲੱਗੇ ਨੇ। ਪਰ ਜਿਸ ਪੱਧਰ ਦੇ ਉੱਤੇ ਸਿੱਖਾਂ ਦੀ ਕੰਟਰੀਬਿਊਸ਼ਨ ਹੈ, ਸਿੱਖਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ ਇਸ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ, ਉਹਦੇ ਲਈ ਹੋਰਾਂ ਮੁਲਕਾਂ ਨੇ ਤਾਂ ਕੀ, ਈਵਨ ਸਾਡੀ ਆਪਣੀ ਕੌਮ ਨੇ ਉਹਨਾਂ ਨੂੰ ਵਿਸਾਰ ਦਿੱਤਾ ਕਿ ਯੈਸ, ਸਾਡੇ ਲੋਕ ਵੀ ਇਸ ਲੜਾਈ 'ਚ ਜਾ ਕੇ ਲੜੇ ਸੀ। 9:30 ਵਜੇ ਤੁਹਾਨੂੰ ਇਹ ਕੁਐਸਚਨ ਕਰਾਂਗਾ ਕਿ ਕਿਉਂ, ਵਾਈ ਵੀ ਡੋਂਟ ਰਿਮੈਂਬਰ ਦੈਮ। ਸਾਰਾਗੜ੍ਹੀ ਦੀ ਲੜਾਈ ਇੱਕ ਹੈ ਜਿਹਦੀ ਅਸੀਂ ਗੱਲ ਕਰਦੇ ਰਹਿੰਦੇ ਹਾਂ, ਤੇ ਹੋਰ ਬਹੁਤ ਸਾਰੀਆਂ ਜਰਮਨ ਤੇ ਬ੍ਰਿਟਿਸ਼ ਦੀਆਂ ਜਿਹੜੀਆਂ ਲੜਾਈਆਂ ਲੜੀਆਂ ਗਈਆਂ, ਚਾਹੇ ਜਾਪਾਨ 'ਚ ਲੜਾਈ ਚੱਲਦੀ ਰਹੀ, ਫਰਾਂਸ 'ਚ ਲੜਾਈ ਚੱਲਦੀ ਰਹੀ, ਹੋਰਾਂ ਥਾਵਾਂ 'ਤੇ ਲੜਾਈ ਚੱਲਦੀ, ਉੱਥੇ ਵੀ ਬੜੀਆਂ ਬਹਾਦਰੀਆਂ, ਬੜੀਆਂ ਮੱਲਾਂ ਮਾਰੀਆਂ ਨੇ, ਬਹਾਦਰੀ ਨਾਲ ਲੜੇ ਨੇ। ਉਹਦੀ ਗੱਲ ਕਰਾਂਗਾ ਕਿਉਂ ਅਸੀਂ ਉਹਨਾਂ ਨੂੰ ਭੁੱਲ ਗਏ ਤੇ ਸਾਨੂੰ ਕਿਉਂ ਇਹ ਹਿਸਟਰੀ ਦਾ ਇੰਪੋਰਟੈਂਟ ਚੈਪਟਰ ਯਾਦ ਨਹੀਂ। ਹੁਣ ਅੱਜ ਦੁਨੀਆ ਭਰ ਦੇ ਵਿੱਚ ਵਰਲਡ ਵਾਰ 2 ਦਾ 2 ਸਤੰਬਰ 1945 ਨੂੰ ਵਰਲਡ ਵਾਰ 2
ਜਿਹੜੀ ਹੈ ਡਿਕਲੇਅਰ ਕਰ ਦਿੱਤੀ ਸੀ ਕਿ ਅੱਜ ਤੋਂ ਇਹ ਲੜਾਈ ਖਤਮ। 75 ਸਾਲ ਹੋ ਗਏ ਨੇ ਅਤੇ ਅੱਜ ਇਸ ਦੀ 75ਵੀਂ ਐਨਵਰਸਰੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਇਸ ਵਰਲਡ ਵਾਰ 2 ਦੇ ਖਾਤਮੇ ਦੇ ਲਈ। ਵਰਲਡ ਵਾਰ 2 ਦੇ ਵਿੱਚ ਲਗਭਗ 80-85 ਮਿਲੀਅਨ ਲੋਕ ਮਾਰੇ ਗਏ ਨੇ, ਜਿਹਦੇ 'ਚ ਮਾਰੇ ਗਏ ਸਨ, ਜਿਹਦੇ 'ਚ ਯੂਨੀਫਾਰਮਡ ਜਿਹੜੇ ਆਪਣੇ ਆਰਮਡ ਪਰਸਨ ਆਰਮੀ ਦੇ ਲੋਕ ਅਤੇ ਨਾਲ ਦੀ ਨਾਲ ਸਿਵਲ ਕੈਜੂਅਲਟੀਜ਼ ਜਿਹੜੀਆਂ ਹੋਈਆਂ ਨੇ ਉਹ ਲੋਕ। ਔਰ ਇਸ ਦੇ ਵਿੱਚ ਜਿਹੜੇ ਇੰਡੀਆ ਹੈ ਉਸ ਦੇ ਵੀ ਚੰਗੇ ਖਾਸੇ ਨੰਬਰ ਨੇ। ਜੇਕਰ ਅਸੀਂ ਫੌਜੀਆਂ ਦੀ ਗੱਲ ਕਰੀਏ 87,000 ਦੇ ਕਰੀਬ ਜਿਹੜੇ ਉਸ ਸਮੇਂ ਫੌਜ ਦੇ ਵਿੱਚ ਸਨ ਲੋਕ, ਉਹਨਾਂ ਦੇ ਵਿੱਚੋਂ 87,000 ਲੋਕ ਉਹ ਮਾਰੇ ਗਏ ਸਨ। ਅਤੇ ਜੇਕਰ ਟੋਟਲ ਸਿਵਿਲੀਅਨ ਕੈਜੂਅਲਟੀਜ਼ ਤੇ ਸਾਰਾ ਕੁਝ ਪਾ ਕੇ ਦੇਖੀਏ ਤਾਂ ਅਪ ਟੂ 3 ਮਿਲੀਅਨ 30 ਲੱਖ ਦੇ ਕਰੀਬ ਲੋਕ ਇੰਡੀਆ ਤੋਂ ਹੋ ਜਾਂਦੇ ਨੇ। ਔਰ ਇਹਨਾਂ ਫੌਜੀਆਂ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ ਔਰ ਸਿੱਖਾਂ ਦੀ ਸੀਗੀ, ਜਿਹੜੇ ਉਸ ਸਮੇਂ ਇਸ ਲੜਾਈ ਦੇ ਵਿੱਚ ਲੜੇ ਸੀ। 30 ਵੱਖ-ਵੱਖ ਕੰਟਰੀਆਂ ਦੇ ਵਿੱਚ ਲੜਾਈ ਚੱਲ ਰਹੀ ਸੀ ਔਰ ਬ੍ਰਿਟਿਸ਼ ਦੇ ਨਾਲ ਰਲ ਕੇ, ਬ੍ਰਿਟਿਸ਼ ਐਲਾਈਜ਼ ਨਾਲ ਰਲ ਕੇ ਜਿਹੜੇ ਨੇ ਸਿੱਖ ਉਹ ਇਹ ਲੜਾਈ ਦੇ ਵਿੱਚ ਲੜ ਰਹੇ ਸੀਗੇ। ਬਹੁਤ ਸਾਰੇ ਤਾਂ ਜਿਹੜੇ ਸਿੱਖ ਸੀਗੇ ਉਹ ਮਾਰੇ ਗਏ ਇਸ ਲੜਾਈ ਦੇ ਦੌਰਾਨ, ਪਰ ਬਹੁਤ ਸਾਰੇ ਜਦੋਂ ਜਾਪਾਨ ਨੂੰ ਬ੍ਰਿਟਿਸ਼ ਨੇ ਸਰੈਂਡਰ ਕੀਤਾ ਅਤੇ ਉਦੋਂ ਉਹ ਆਜ਼ਾਦ ਹਿੰਦ ਫੌਜ ਚਲੇ ਗਏ। ਫਿਰ ਬ੍ਰਿਟਿਸ਼ ਨੇ ਉਹਨਾਂ ਦੇ ਉੱਤੇ ਜਿਹੜੇ ਬੰਬਾਰਡਮੈਂਟ ਕਰ ਦਿੱਤੀ, ਉਹ ਮਾਰੇ ਗਏ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਲਗਭਗ 3 ਮਿਲੀਅਨ ਦੇ ਕਰੀਬ ਜਿਹੜੇ ਭਾਰਤੀ ਲੋਕ ਸਨ ਇਸ ਦੇ ਵਿੱਚ ਮਾਰੇ ਗਏ। ਸੋ ਵੱਡੀ ਗਿਣਤੀ ਸਿੱਖਾਂ ਦੀ ਸੀਗੀ। ਸੋ ਅੱਜ ਦੁਨੀਆ ਭਰ ਦੇ ਦੇਸ਼ ਜਿਹੜੇ ਉਹਨਾਂ ਦੇ ਲੋਕ ਮਾਰੇ ਗਏ ਨੇ ਉਹ ਉਹਨਾਂ ਨੂੰ ਯਾਦ ਕਰ ਰਹੇ ਨੇ। ਅੱਜ ਇਸ ਦਿਨ ਨੂੰ ਯਾਦ ਕਰ ਰਹੇ ਨੇ ਕਿ ਏਡੀ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋਇਆ ਸੀ ਔਰ ਦੁਨੀਆ ਦਾ ਨਕਸ਼ਾ ਹੀ ਬਦਲ ਗਿਆ ਸੀ। ਇਹ ਸਾਰੇ ਕਾਸੇ ਤੋਂ ਬਾਅਦ, ਵਰਲਡ ਵਾਰ 2 ਤੋਂ ਬਾਅਦ ਪੂਰੀ ਜਿਹੜੀ ਦੁਨੀਆ ਦੀ ਅਲਾਈਨਮੈਂਟ ਸੀਗੀ ਸਾਰੀ ਉਹ ਬਦਲ ਗਈ। ਕੁਝ ਦੇਸ਼ ਜਮਾਂ ਹੀ ਖਤਮ ਹੋ ਗਏ, ਕੁਝ ਦੇਸ਼ਾਂ ਦੇ ਵਿੱਚ ਨਵੇਂ ਜਿਹੜੇ ਰੂਲਸ ਨੇ ਉਹ ਲਾਗੂ ਹੋਏ। ਸੋ ਇੱਕ ਵੱਡਾ ਫੇਰ ਬਦਲ ਆਇਆ ਸੀਗਾ ਵਰਲਡ ਵਾਰ 2 ਤੋਂ ਬਾਅਦ। ਮੇਰਾ ਕੁਐਸਚਨ ਸਾਡੇ ਇਸ ਸਮੇਂ ਸੁਣ ਰਹੇ ਪੰਜਾਬੀਆਂ ਨੂੰ, ਸਿੱਖਾਂ ਨੂੰ ਹੈ ਕਿ ਇਸ ਦੇ ਵਿੱਚ ਏਡੀ ਵੱਡੀ ਤਾਦਾਦ ਦੇ ਵਿੱਚ ਸਾਡੇ ਲੋਕ ਮਾਰੇ ਗਏ ਸਨ ਇਸ ਜੰਗ ਦੇ ਵਿੱਚ। 75ਵੀਂ ਵਰ੍ਹੇਗੰਢ ਹੈ ਅੱਜ ਇਸ ਜੰਗ ਦੇ ਖਾਤਮੇ ਦੀ, ਵਰਲਡ ਵਾਰ 2 ਦੀ। ਵਰਲਡ ਵਾਰ 1 ਦੇ ਨੰਬਰ ਤੋਂ ਵੱਖਰੇ ਨੇ, ਵਰਲਡ ਵਾਰ 2 ਦੀ ਗੱਲ ਕਰ ਰਹੇ ਹਾਂ ਕਿ ਅਸੀਂ ਕਿਤੇ ਨਾ ਕਿਤੇ ਇਸ ਮਹੱਤਵਪੂਰਨ ਇਤਿਹਾਸਕ ਘਟਨਾ ਨੂੰ ਔਰ ਉਹਦੇ 'ਚ ਮਾਰੇ ਗਏ ਸਾਡੇ ਲੋਕਾਂ ਨੂੰ, ਜਿਨ੍ਹਾਂ ਨੇ ਕੁਰਬਾਨੀਆਂ ਦੇਤੀਆਂ, ਜਾਨਾਂ ਦੇਤੀਆਂ ਔਰ ਜਿਹੜੇ ਲੜੇ ਇਸ ਜੰਗ 'ਚ, ਉਹਨਾਂ ਨੂੰ ਵਿਸਾਰ ਚੁੱਕੇ ਹਾਂ। ਉਹਨਾਂ ਬਾਰੇ ਯਾਦ ਉਹਨਾਂ ਨੂੰ ਨਹੀਂ ਕਰਦੇ ਗੇ, ਭੁੱਲ ਚੁੱਕੇ ਹਾਂ ਉਹਨਾਂ ਨੂੰ। ਏਡੀ ਵੱਡੀ ਤਾਦਾਦ 'ਚ ਮਾਰੇ ਗਏ ਲੋਕਾਂ ਨੂੰ। ਉਸ ਸਮੇਂ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਇਹ ਬਹੁਤ ਵੱਡਾ ਨੰਬਰ ਸੀਗਾ। ਹੁਣ ਤਾਂ ਪਾਪੂਲੇਸ਼ਨ ਬਹੁਤ ਹੋ ਗਈ ਇੰਡੀਆ ਦੀ, ਪੰਜਾਬ ਦੀ ਪਾਪੂਲੇਸ਼ਨ ਬਹੁਤ ਹੋ ਗਈ, ਪਰ ਉਸ ਸਮੇਂ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ 87,000 ਜਿਹੜੇ ਮਾਰੇ ਜਾਣੇ ਫੌਜੀ ਇੱਕ ਵੱਡਾ ਨੰਬਰ ਸੀਗਾ ਇਹ। ਸੋ ਵਾਈ ਵੀ ਫੋਰਗਾਟ ਦੀਜ਼ ਪੀਪਲ। ਔਰ ਜਿਨ੍ਹਾਂ ਦੇ ਕਰਕੇ ਭੁਪਿੰਦਰ ਸਿੰਘ ਹਾਲੈਂਡ ਨੇ, ਉਹਨਾਂ ਨੇ ਬਹੁਤ ਲਿਖਿਆ ਇਸ ਵਿਸ਼ੇ ਦੇ ਉੱਤੇ ਔਰ ਉਹਨਾਂ ਨੇ ਕਿ ਯੂਰਪ ਸਿੱਖਾਂ ਦਾ ਕਰਜ਼ਦਾਰ ਕਿਉਂ ਹੈ, ਬ੍ਰਿਟੇਨ ਸਿੱਖਾਂ ਦਾ ਕਰਜ਼ਦਾਰ ਕਿਉਂ ਹੈ। ਔਰ ਇਹ ਦੇਸ਼ ਮੰਨਦੇ ਵੀ ਰਹੇ ਨੇ ਕਿਸੇ ਹੱਦ ਤੱਕ ਕਿ ਇਹਨਾਂ ਨੇ ਜੋ ਲੜਾਈਆਂ ਲੜੀਆਂ, ਜੋ ਮੱਲਾਂ ਮਾਰੀਆਂ, ਜੋ ਇਹਨਾਂ ਨੇ ਹੌਸਲੇ ਦਿਖਾਏ, ਉਹ ਕਾਬਲੇ ਤਾਰੀਫ ਨੇ। ਔਰ ਜਿਹੜੀਆਂ ਸਿਮੈਟਰੀਜ਼ ਬਣੀਆਂ ਨੇ, ਚਾਹੇ ਉਹ ਈਰਾਨ 'ਚ ਨੇ, ਚਾਹੇ ਉਹ ਫਰਾਂਸ 'ਚ ਨੇ, ਚਾਹੇ ਉਹ ਕਿਤੇ ਹੋਰ ਨੇ, ਸਿੱਖਾਂ ਦੇ ਨਾਵਾਂ ਨਾਲ ਭਰੀਆਂ ਪਈਆਂ ਨੇ। ਚਾਹੇ ਰਿਮੈਂਬਰੈਂਸ ਡੇ ਆਵੇ, ਚਾਹੇ ਇਸ ਤਰ੍ਹਾਂ ਦੀ ਕੋਈ ਯੂਨੀਵਰਸਿਟੀ ਆਵੇ, ਪਰ ਸਾਡੀ ਕੌਮ ਇਹਨਾਂ ਲੋਕਾਂ ਨੂੰ ਯਾਦ ਨਹੀਂ ਕਰਦੀ। ਆਫ ਕੋਰਸ ਇਹ ਕੋਈ ਧਰਮ ਯੁੱਧ ਮੋਰਚਾ ਨਹੀਂ ਸੀ, ਇਹ ਕੋਈ ਹੋਰ ਕੋਈ ਕੌਮ ਦਾ ਕੰਮ ਨਹੀਂ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਆਪਣੀ ਪਹਿਚਾਣ ਲੈ ਕੇ ਚੱਲੇ ਹੋਏ ਸਨ ਔਰ ਪੱਗ ਦੀ ਪਹਿਚਾਣ ਬਣਾਉਣ ਦੇ ਲਈ ਉਹਨਾਂ ਨੇ ਅਹਿਮ ਰੋਲ ਨਿਭਾਇਆ। ਜਦੋਂ ਉਹਨਾਂ ਨੂੰ ਇਹ ਹੁਕਮ ਦੇ ਦਿੱਤੇ ਗਏ ਸੀ ਕਿ ਤੁਸੀਂ ਆਪਣੀਆਂ ਪੱਗਾਂ ਲਾ ਕੇ ਲੋਹ ਟੋਪ ਪਹਿਨ ਲਵੋ, ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਸਾਡੇ ਗੋਲੀ ਲੱਗ ਜੇ,
ਪਰ ਅਸੀਂ ਆਪਣੀ ਪੱਗ ਨਹੀਂ ਲਾਉਣੀ ਗੀ, ਅਸੀਂ ਪੱਗ ਦੇ ਨਾਲ ਹੀ ਲੜਨਾ। ਇਹ ਇੱਕ ਬੜੀ ਵੱਡੀ ਗੱਲ ਸੀ ਉਸ ਸਮੇਂ ਦੇ ਲੋਕਾਂ ਵੱਲੋਂ ਕਿ ਇਸ ਦੇ ਲਈ ਇਹ ਵੀ ਕਹਿ ਦਿੱਤਾ ਗਿਆ ਸੀ ਅਗਰ ਤੁਸੀਂ ਮਰ ਜਾਂਦੇ ਹੋ ਤਾਂ ਤੁਹਾਨੂੰ ਪੱਗ ਦੇ ਨਾਲ, ਪੱਗ 'ਚ ਗੋਲੀ ਲੱਗ ਕੇ ਤੁਸੀਂ ਮਰ ਜਾਂਦੇ ਹੋ, ਤੁਹਾਨੂੰ ਕੋਈ ਉਸ ਤੋਂ ਬਾਅਦ ਬੈਨੀਫਿਟ ਨਹੀਂ ਦਿੱਤਾ ਜਾਵੇਗਾ, ਤੁਹਾਨੂੰ ਪੈਨਸ਼ਨ ਨਹੀਂ ਲੱਗੇਗੀ, ਤੁਹਾਨੂੰ ਲੰਮਸੰਪ ਜੋ ਮਿਲਦਾ ਉਹ ਨਹੀਂ ਮਿਲੇਗਾ, ਕੁਛ ਨਹੀਂ ਮਿਲੇਗਾ। ਉਹ ਕਹਿੰਦੇ ਉਹ ਮਨਜ਼ੂਰ ਹੈ ਪਰ ਅਸੀਂ ਲੋਅ ਟੋਪ ਪਹਿਨ ਕੇ ਨਹੀਂ, ਅਸੀਂ ਪੱਗ ਪਹਿਨ ਕੇ ਹੀ ਲੜਨਾ ਹੈ ਔਰ ਲੜੇ ਵੀ। ਔਰ ਇੱਕ ਸਮਾਂ ਇੱਦਾਂ ਦਾ ਆ ਗਿਆ ਸੀਗਾ ਕਿ ਜਰਮਨ ਨੇ ਖਤ ਲਿਖਿਆ ਸੀ ਸਿੱਖ ਫੌਜੀਆਂ ਨੂੰ ਕਿ ਇਸ ਸਮੇਂ ਤੁਸੀਂ ਜਿੰਨੇ ਤੁਹਾਡੇ ਨਾਲ ਦੇ ਬ੍ਰਿਟਿਸ਼ ਨੇ ਵਿਦਰੋਹ ਕਰਕੇ ਉਹਨਾਂ ਨੂੰ ਖਤਮ ਕਰ ਦਿਓ ਅਤੇ ਅਸੀਂ ਤੁਹਾਡੇ ਮੁਲਕ ਨੂੰ ਆਜ਼ਾਦ ਕਰਾਵਾਂਗੇ ਅਤੇ ਅਸੀਂ ਤੁਹਾਡੇ ਨਾਲ ਲੜਾਂਗੇ, ਤੁਹਾਨੂੰ ਡਬਲ ਤਨਖਾਹਾਂ ਦੇਵਾਂਗੇ, ਤੁਹਾਨੂੰ ਹੋਰ ਪੈਸਾ ਦੇਵਾਂਗੇ। ਪਰ ਉਹ ਕਹਿੰਦੇ ਨਹੀਂ, ਜਿੱਥੇ ਅਸੀਂ ਖੜ੍ਹੇ ਹਾਂ ਅਤੇ ਅਸੀਂ ਉੱਥੇ ਹੀ ਖੜ੍ਹੇ ਹਾਂ। ਇਸ ਇਤਿਹਾਸਕ ਚੈਪਟਰ ਨੂੰ ਅਸੀਂ ਭੁਲਾ ਚੁੱਕੇ ਹਾਂ। ਵਾਈ, ਵਾਟ ਇਜ਼ ਦ ਰੀਜ਼ਨ? ਕੀ ਕਾਰਨ ਹੈ ਕਿ ਅਸੀਂ ਇਸ ਨੂੰ ਯਾਦ ਨਹੀਂ ਕਰਦੇ ਗੇ। ਅੱਜ ਆਈ ਡੋਂਟ ਨੋ ਕਿ ਬਾਕੀ ਕਿੰਨੇ ਕੁ ਸਾਡੇ ਮੀਡੀਆ ਦੇ ਉੱਤੇ ਇਸ ਦਿਨ ਦੀ ਗੱਲਬਾਤ ਹੋਵੇਗੀ, ਕਿੰਨੇ ਕੁ ਆਮ ਲੋਕਾਂ ਦੇ ਵਿੱਚ ਇਸ ਦੀ ਗੱਲਬਾਤ ਹੋਵੇਗੀ, ਫੇਸਬੁੱਕ ਦੇ ਉੱਤੇ ਕੀ ਕੋਈ ਇਸ ਦੇ ਉੱਤੇ ਗੱਲ ਕਰੇਗਾ ਜਾਂ ਨਹੀਂ ਕਰੇਗਾ। ਇਹ ਜੇ ਹੋਰ ਕਿਸੇ ਪਾਸਿਓਂ ਆਵਾਜ਼ਾਂ ਨਹੀਂ ਆਉਂਦੀਆਂ ਦੈਨ ਵੀ ਰੀਅਲਾਈਜ਼ ਕਿ ਯੈਸ ਵੀ ਫੋਰਗਾਟ ਦਿਸ ਇੰਪੋਰਟੈਂਟ ਇੰਸੀਡੈਂਟਸ। ਔਰ ਜਿਹੜੇ ਲੋਕਾਂ ਨੇ ਦ ਪੀਪਲ ਹੂ ਹੈਵ ਲੇਡ ਦੇਅਰ ਲਾਈਫ ਟੂ ਬ੍ਰਿੰਗ ਦ ਪੀਸ ਇਨ ਦਿਸ ਵਰਲਡ, ਉਹਨਾਂ ਨੂੰ ਅਸੀਂ ਇਸ ਤਰ੍ਹਾਂ ਭੁੱਲ ਜਾਂਦੇ ਹਾਂ। ਕੈਨੇਡਾ ਦੇ 45,000 ਲੋਕ ਮਰੇ ਨੇ। ਤੁਹਾਨੂੰ ਪਤਾ ਹੈ, ਸਾਨੂੰ ਪਤਾ ਲੱਗਦਾ ਹੁੰਦਾ ਕਿ ਕੈਨੇਡਾ ਯਾਦ ਕਰ ਰਿਹਾ ਉਹਨਾਂ ਨੂੰ, ਪਰ ਸਾਡੇ ਉਸ ਤੋਂ ਦੁੱਗਣੇ ਤਿੱਗਣੇ ਮਰੇ ਨੇ। ਕੋਈ ਪਤਾ ਨਹੀਂ ਲੱਗਦਾ ਕਿਸੇ ਨੂੰ ਕਿ ਸਿੱਖ ਵੀ ਇਹਨਾਂ ਨੂੰ ਆਪਣੇ ਲੜਾਈਆਂ 'ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਨੇ।